ਜਦੋਂ ਆਪਾਂ ਏਜੰਟ ਕੋਲ ਜਾਂਦੇ ਆ ਨਾ ਕਿਸੇ ਵੀ ਕੈਨੇਡਾ ਦੇ ਵਿੱਚ ਕਿਤੇ ਵੀ ਫਾਈਲ ਲਾਉਣ ਲਈ ਤਾਂ ਇਹਨਾਂ ਦਾ ਕਮਿਸ਼ਨ ਸੈੱਟ ਹੁੰਦਾ। ਮੰਨ ਲਓ ਇੱਕ ਗਵਰਨਮੈਂਟ ਕਾਲਜ ਜਿਹੜਾ ਆ ਇਹਨਾਂ ਨੂੰ ਜੇ ਆਪਾਂ 10 ਲੱਖ ਫੀਸ ਦਿੱਤੀ ਆ ਤਾਂ ਇਹਨਾਂ ਨੂੰ 2 ਲੱਖ ਵਾਪਸ ਕਰ ਦਿੰਦਾ ਏਜੰਟਾਂ ਨੂੰ, ਤੇ ਪ੍ਰਾਈਵੇਟ ਕਾਲਜ ਤੇ 40% ਦਾ ਕਮਿਸ਼ਨ ਸੀਗੇ। ਤਾਂ ਇਹਨਾਂ ਨੇ 100 ਸੀਟਾਂ ਵਾਲੇ ਕਾਲਜ ਵੀ 600 ਬੱਚੇ ਜਮ੍ਹਾਂ ਕਰਵਾਤੇ। ਬੱਚੇ ਦੀ ਕੋਈ ਗਲਤੀ ਨਹੀਂ, ਏਜੰਟਾਂ ਦੀ ਗਲਤੀ ਕਰਕੇ ਇਨਕੁਆਇਰੀ ਬੈਠੀ, ਉਹਦਾ ਨੁਕਸਾਨ ਕਿਹਦਾ ਹੋਇਆ? ਬੱਚੇ ਨੂੰ, ਕਿਉਂਕਿ ਇਨਕੁਆਇਰੀ ਕਰਕੇ ਰਿਜ਼ਲਟ ਰੁਕ ਗਏ। ਇਹਨਾਂ ਨੇ ਸਾਨੂੰ ਇਹ ਕਹਿ ਕੇ ਪੈਸੇ ਪਹਿਲਾਂ ਦਵਾਤੇ ਕਿ ਇਹਨਾਂ ਦੇ ਕਾਲਜ ਦੀ ਰਿਫੰਡ ਪਾਲਿਸੀ ਆ, ਜੇ ਤੁਹਾਡਾ ਵੀਜ਼ਾ ਨਹੀਂ ਵੀ ਆਉਂਦਾ ਤੁਹਾਨੂੰ 45 ਦਿਨਾਂ ਵਿੱਚ ਵਾਪਸ ਮਿਲ ਜਾਣਗੇ ਪੈਸੇ। ਉਹ ਰਿਫੰਡ ਪਾਲਿਸੀ ਵੀ ਇਹਨਾਂ ਦੀ ਆਫੀਸ਼ੀਅਲ ਈਮੇਲ ਆਈਡੀਆਂ ਤੋਂ ਸ਼ੇਅਰ ਹੋਈ ਆ। 6 ਮਹੀਨੇ ਹੋ ਗਏ ਰੀਫੰਡ ਅਪਲਾਈ ਕੀਤੇ ਨੂੰ, ਤੇ ਇਹਨਾਂ ਨੇ ਸਾਨੂੰ ਕਿਹਾ ਸੀ ਜੇ 45 ਡੇਜ਼ ਦੇ ਅੰਡਰ ਪੈਸੇ ਤੁਹਾਡੇ ਨਹੀਂ ਆਉਂਦੇ ਤਾਂ ਅਸੀਂ ਤੁਹਾਨੂੰ ਆਪਣੇ ਅਕਾਊਂਟਾਂ 'ਚੋਂ ਪੈਸੇ ਪਾ ਕੇ ਦੇਵਾਂਗੇ। ਇਹਨਾਂ ਦੇ ਸੁਨੀਲ ਜਿਹੜਾ ਇਹਨਾਂ ਦਾ ਮੈਨੇਜਰ ਆ, ਸਾਡੇ ਕੋਲ ਇਸ ਚੀਜ਼ ਦੀ ਸਬੂਤ ਹੈਗਾ, ਰਿਕਾਰਡਿੰਗ ਹੈਗੀ ਆ। ਪਹਿਲਾਂ ਇਹਨਾਂ ਨੇ ਬੁਲਾਇਆ ਵੀ ਅਸੀਂ ਤੁਹਾਨੂੰ 24 ਘੰਟਿਆਂ 'ਚ ਸੋਲੂਸ਼ਨ ਦੇਵਾਂਗੇ। ਉਸ ਤੋਂ ਬਾਅਦ ਇਹਨਾਂ ਨੇ ਅੱਜ ਦਾ ਦਿਨ ਦਿੱਤਾ ਸੀ ਵੀ ਤੁਹਾਨੂੰ ਕੋਈ ਨਾ ਕੋਈ ਸੋਲੂਸ਼ਨ ਅਸੀਂ ਕਰਕੇ ਦੇਵਾਂਗੇ, ਪਰ ਕੋਈ ਇਹਨਾਂ ਵੱਲੋਂ ਕੁਝ ਨਹੀਂ ਕੀਤਾ ਗਿਆ। ਤਾਂ ਜਦੋਂ ਅਸੀਂ ਅੰਦਰ ਬੈਠੇ ਹਾਂ ਤਾਂ ਕਹਿੰਦੇ ਆ ਕਿ ਤੁਸੀਂ ਸਾਡਾ ਬਿਜ਼ਨਸ ਖਰਾਬ ਕਰਦੇ ਪਏ ਆ, ਅਸੀਂ ਪੁਲਿਸ ਨੂੰ ਵਿੱਚ ਇਨਵੋਲਵ ਕਰਾਂਗੇ। 4 ਮਹੀਨੇ ਲੰਘੇ ਰਿਫੰਡ ਉਡੀਕਦੇ 6 ਤਰੀਕ ਨੂੰ ਪਤਾ ਲੱਗਦਾ ਕਿ ਕਾਲਜ ਬੈਂਕਰਪਟ ਹੋ ਗਿਆ। ਕਈ ਬੱਚਿਆਂ ਦਾ ਸੋਲੂਸ਼ਨ ਮਿਲ ਗਿਆ, ਪਰ ਜਿਹੜੀਆਂ ਵੱਡੀਆਂ ਕੰਪਨੀਆਂ ਪੈਰਾਮਿਡ, IDP ਇਹ ਕਿਤੇ ਸੋਲੂਸ਼ਨ ਨਹੀਂ ਦੇ ਰਹੀਆਂ ਸਾਨੂੰ, ਉਲਟਾ ਸਾਨੂੰ ਥ੍ਰੈਟ ਕਰ ਰਹੀਆਂ ਕਿ ਤੁਸੀਂ ਸਾਡੇ ਬਾਹਰ ਆਨੇ ਤਾਂ ਤੁਹਾਨੂੰ ਜੇਲ੍ਹ ਵੀ ਹੋ ਜਾਣਾ ਆ। ਸਾਇੰਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਵੀ ਗਿੱਲ। ਜਿਵੇਂ ਕਿ ਅੱਜ ਦੇ ਦੌਰ ਦੇ ਵਿੱਚ ਹਰੇਕ ਨੌਜਵਾਨ ਦਾ ਸੁਪਨਾ ਹੈ ਕਿ ਉਹ ਵਿਦੇਸ਼ ਜਾ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਬਤੀਤ ਕਰ ਸਕੇ, ਉੱਧਰ ਜਾ ਕੇ ਸੈਟਲ ਹੋ ਕੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਬਾਹਰ ਲਿਜਾ ਕੇ ਉਹਨਾਂ ਨੂੰ ਵੀ ਵਧੀਆ ਜ਼ਿੰਦਗੀ ਦੇ ਸਕੇ। ਪਰ ਅਜਿਹੇ ਠੱਗ ਏਜੰਟ ਨੇ ਕਿ ਉਹ ਬੱਚਿਆਂ ਦੇ ਸੁਪਨੇ ਵੀ ਚੂਰੋ ਚੂਰ ਕਰ ਰਹੇ ਨੇ ਤੇ ਉਹਨਾਂ ਦੀ ਜੋ ਪਰਿਵਾਰਿਕ ਮੈਂਬਰਾਂ ਕੋਲ ਜੋ ਜਮ੍ਹਾਂ ਪੂੰਜੀ ਹੁੰਦੀ ਆ ਉਹਨੂੰ ਵੀ ਖਰਾਬ ਕਰ ਰਹੇ ਨੇ। ਅਜਿਹਾ ਇੱਕ ਮਾਮਲਾ ਜਲੰਧਰ ਦੇ ਪੈਰਾਮਿਡ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ ਦਾ ਸਾਹਮਣੇ ਆਇਆ ਕਿ ਜਿਹਦੇ ਵਿੱਚ ਕਿ ਅੱਜ ਕਾਫੀ ਸਟੂਡੈਂਟਸ ਪੈਰਾਮਿਡ ਦੇ ਬਾਹਰ ਆਣ ਕੇ ਧਰਨੇ ਦੇ ਉੱਤੇ ਬੈਠ ਚੁੱਕੇ ਨੇ। ਨਾਲ ਗੱਲਬਾਤ ਕਰਦੇ ਆ। ਭਾਜੀ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਦੀਪਕ ਕੁਮਾਰ ਆ ਜੀ, ਤੇ ਮੈਂ ਜਿਹੜਾ ਸਾਡੀ ਸਟੂਡੈਂਟ ਆਰਗੇਨਾਈਜੇਸ਼ਨ IMYS ਉਹਦਾ ਮੈਂਬਰ ਆ। ਤੇ ਅੱਜ ਅਸੀਂ ਆਏ ਆ ਕਿਉਂਕਿ ਇਹ ਪ੍ਰੋਬਲਮ ਸ਼ੁਰੂ ਹੋਈ 2020 ਦੇ ਵਿੱਚ। 2020 ਦੇ ਵਿੱਚ ਏਜੰਟਾਂ ਨੇ ਕੀ ਕੀਤਾ ਕਿ ਜਿਹੜੇ ਪ੍ਰਾਈਵੇਟ ਕਾਲਜ ਸਨ ਕਿਊਬਿਕ ਮੌਂਟਰੀਅਲ ਸ਼ਹਿਰ ਦੇ ਕੈਨੇਡਾ ਵਿੱਚ, ਉੱਥੇ ਜਿੱਥੇ 100 ਸੀਟਾਂ ਸੀ ਕਾਲਜਾਂ ਦੀਆਂ ਤਾਂ ਉੱਥੇ 600 ਬੱਚਾ ਇਹਨਾਂ ਨੇ ਐਡਮਿਸ਼ਨ ਕਰਵਾਤੀ। ਉਹ ਕਿਉਂ ਕਰਵਾਈ? ਕਿਉਂਕਿ ਗਵਰਨਮੈਂਟ ਕਾਲਜ ਜਿਹੜਾ ਕਮਿਸ਼ਨ ਜਿਹੜਾ ਆ ਘੱਟ ਦਿੰਦਾ ਸੀ ਇਹਨਾਂ ਨੂੰ ਏਜੰਟਾਂ ਨੂੰ, ਤੇ ਸਰਕਾਰ ਪ੍ਰਾਈਵੇਟ ਕਾਲਜ ਜ਼ਿਆਦਾ ਦਿੰਦਾ ਸੀ। ਜਦੋਂ ਆਪਾਂ ਏਜੰਟ ਕੋਲ ਜਾਂਦੇ ਆ ਨਾ ਕਿਸੇ ਵੀ ਕੈਨੇਡਾ ਦੇ ਵਿੱਚ ਕਿਤੇ ਵੀ ਫਾਈਲ ਲਾਉਣ ਲਈ ਤਾਂ ਇਹਨਾਂ ਦਾ ਕਮਿਸ਼ਨ ਸੈੱਟ ਹੁੰਦਾ। ਮੰਨ ਲਓ ਇੱਕ ਗਵਰਨਮੈਂਟ ਕਾਲਜ ਜਿਹੜਾ ਆ ਇਹਨਾਂ ਨੂੰ ਜੇ ਆਪਾਂ 10 ਲੱਖ ਫੀਸ ਦਿੱਤੀ ਆ ਤਾਂ ਇਹਨਾਂ ਨੂੰ 2 ਲੱਖ ਵਾਪਸ ਕਰ ਦਿੰਦਾ ਏਜੰਟਾਂ ਨੂੰ, ਤੇ ਪ੍ਰਾਈਵੇਟ ਕਾਲਜ ਤੇ 40% ਦਾ ਕਮਿਸ਼ਨ ਸੀਗੇ। ਤਾਂ ਇਹਨਾਂ ਨੇ 100 ਸੀਟਾਂ ਵਾਲੇ ਕਾਲਜ ਵੀ 600 ਬੱਚੇ ਜਮ੍ਹਾਂ ਕਰਵਾਤੇ ਏਜੰਟਾਂ ਨੇ ਮਿਲ ਕੇ ਕਾਲਜ ਨਾਲ। ਤੇ ਜਦੋਂ IRCC ਜਿਹੜੀ ਕੈਨੇਡਾ ਜਿਹੜੀ ਇਮੀਗ੍ਰੇਸ਼ਨ ਉਹਨਾਂ ਦੀ ਹੈਗੀ ਕੰਪਨੀ ਕੈਨੇਡਾ ਵਿੱਚ, ਉਹਨਾਂ ਨੂੰ ਇਹ ਚੀਜ਼ ਪਤਾ ਲੱਗੀ ਦਸੰਬਰ 2020 ਵਿੱਚ। ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਕੁਝ ਗਲਤ ਚੱਲ ਰਿਹਾ, ਇੰਨੇ ਤਾਂ ਐਡਾ ਵੱਡਾ ਤਾਂ ਕਾਲਜ ਹੈ ਨਹੀਂ 600 ਬੱਚੇ ਜਮ੍ਹਾਂ ਕਰਵਾਏ। ਉਹਨਾਂ ਨੇ ਇਹਨਾਂ ਤੇ ਇਨਕੁਆਇਰੀ ਬਿਠਾਤੀ। ਬੱਚੇ ਦੀ ਕੋਈ ਗਲਤੀ ਨਹੀਂ, ਏਜੰਟਾਂ ਦੀ ਗਲਤੀ ਕਰਕੇ ਇਨਕੁਆਇਰੀ ਬੈਠੀ, ਉਹਦਾ ਨੁਕਸਾਨ ਕਿਹਦਾ ਹੋਇਆ? ਬੱਚੇ ਨੂੰ, ਕਿਉਂਕਿ ਇਨਕੁਆਇਰੀ ਕਰਕੇ ਰਿਜ਼ਲਟ ਰੁਕ ਗਏ। ਪੂਰੇ 8-9 ਮਹੀਨੇ ਰਿਜ਼ਲਟ ਨੂੰ ਲੱਗ ਗਏ, ਜਿਹੜੇ ਰਿਜ਼ਲਟ 30 ਦਿਨਾਂ ਵਿੱਚ ਆਉਣੇ ਚਾਹੀਦੇ ਸਨ। ਇਹਨਾਂ ਨੇ ਸਾਨੂੰ ਇਹ ਕਹਿ ਕੇ ਪੈਸੇ ਪਹਿਲਾਂ ਦਵਾਤੇ ਕਿ ਇਹਨਾਂ ਦੇ ਕਾਲਜ ਦੀ ਰਿਫੰਡ ਪਾਲਿਸੀ ਆ, ਜੇ ਤੁਹਾਡਾ ਵੀਜ਼ਾ ਨਹੀਂ ਵੀ ਆਉਂਦਾ ਤੁਹਾਨੂੰ 45 ਦਿਨਾਂ ਵਿੱਚ ਵਾਪਸ ਮਿਲ ਜਾਣਗੇ ਪੈਸੇ। ਉਹ ਰਿਫੰਡ ਪਾਲਿਸੀ ਵੀ ਇਹਨਾਂ ਦੀ ਆਫੀਸ਼ੀਅਲ ਈਮੇਲ ਆਈਡੀਆਂ ਤੋਂ ਸ਼ੇਅਰ ਹੋਈ ਆ। ਤੇ ਉਸ ਤੋਂ ਬਾਅਦ ਆਪਾਂ ਫਿਰ ਵੀ ਔਖੇ ਸੌਖੇ ਹੋ ਕੇ 7-8 ਮਹੀਨੇ ਮੈਂ ਵੀ ਖੁਦ ਅਪਲਾਈ ਕੀਤਾ ਸੀ ਉਸੇ ਕਾਲਜ ਵਿੱਚ। 7-8 ਮਹੀਨੇ ਆਪਾਂ ਵੇਟ ਕਰਦੇ ਰਹੇ ਰਿਜ਼ਲਟ ਲਈ। ਅਨਫੋਰਚੂਨੇਟਲੀ 8 ਮਹੀਨੇ ਦੀ ਵੇਟ ਤੋਂ ਬਾਅਦ ਸਾਡਾ ਰਿਜੈਕਸ਼ਨ ਆ ਜਾਂਦਾ ਆ। ਉਹ ਸਾਡੇ ਲਈ ਬਹੁਤ ਵੱਡਾ ਸਦਮਾ ਸੀ, ਪਰ ਸਾਨੂੰ ਉਮੀਦ ਸੀ ਚਲੋ ਪੈਸੇ ਤਾਂ ਮੁੜੇ ਆਉਗੇ ਹੁਣ। ਤੇ ਜਦੋਂ ਆਪਾਂ ਰਿਫੰਡ ਲਈ ਅਪਲਾਈ ਕੀਤਾ, ਜਿਹੜਾ ਕਿ 45 ਵਰਕਿੰਗ ਡੇ ਦਾ ਟਾਈਮ ਸੀ, ਓਵਰ ਹੋ ਗਿਆ, ਸਾਨੂੰ ਕਿਤੋਂ ਪੈਸਾ ਨਹੀਂ ਮਿਲਿਆ। 4 ਮਹੀਨੇ ਲੰਘੇ ਰਿਫੰਡ ਉਡੀਕਦੇ 6 ਤਰੀਕ ਨੂੰ ਪਤਾ ਲੱਗਦਾ ਕਿ ਕਾਲਜ ਬੈਂਕਰਪਟ ਹੋ ਗਿਆ। ਤੇ ਉਹਦੇ ਲਈ ਉੱਧਰ ਆਪਾਂ ਸਾਡੇ ਕੈਨੇਡਾ ਦੇ ਵੀ ਕੁਝ ਬੱਚੇ ਸੀ ਜਿਨ੍ਹਾਂ ਦੀ ਫਾਈਲਾਂ ਉੱਥੇ ਜਿਨ੍ਹਾਂ ਦੀ ਸਟੱਡੀ ਉੱਥੇ ਰੁਕ ਗਈ। ਆਪਾਂ ਇੱਕ ਆਰਗੇਨਾਈਜੇਸ਼ਨ ਬਣਾਈ IMYS ਇੰਡੀਅਨ ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ। ਆਪਾਂ ਮਿਲ ਕੇ ਉੱਧਰ ਲੋਇਰ ਹਾਇਰ ਕੀਤਾ ਤੇ ਇਹਨਾਂ ਉੱਧਰ ਕੇਸ ਚੱਲਿਆ। ਬਟ ਕੇਸ ਵਿੱਚ ਕੀ ਹੋਇਆ, ਕੈਨੇਡਾ ਦੇ ਬੱਚਿਆਂ ਦਾ ਸੋਲੂਸ਼ਨ ਹੋ ਗਿਆ, ਇੰਡੀਆ ਵਾਲੇ ਬੱਚਿਆਂ ਨੂੰ ਰਿਫੰਡ ਨਹੀਂ ਦੇ ਰਹੇ। ਇਹ ਰਿਫੰਡ ਦੀ ਅਮਾਊਂਟ ਕੋਈ ਇੰਨੀ ਛੋਟੀ ਅਮਾਊਂਟ ਨਹੀਂ ਹੈ ਕਿ ਅਸੀਂ ਇਹਨੂੰ ਭੁੱਲ ਜਾਵਾਂਗੇ। ਇਹ ਅਮਾਊਂਟ ਸਾਡੇ ਘਰਦਿਆਂ ਦੀ ਨਹੀਂ ਆ, ਸਾਡੇ ਜਿੰਨੇ ਵੀ ਲਿੰਕ ਆ ਉਹਨਾਂ ਸਾਰਿਆਂ ਨੇ ਪੈਸਾ ਇਕੱਠਾ ਕਰਕੇ ਕਿਸੇ ਨੇ ਆਪਣੇ ਰਿਸ਼ਤੇਦਾਰ ਤੋਂ ਇਹ ਪੈਸੇ ਇਕੱਠੇ ਕੀਤੇ ਸੀਗੇ, ਕਈਆਂ ਨੇ ਇੰਟਰਸਟ ਤੇ ਕੀਤੇ ਸੀਗੇ, ਤੇ ਉਹ ਸਾਰਾ ਇੰਟਰਸਟ ਵੀ ਆਪਾਂ ਪੇ ਕਰ ਰਹੇ ਹਾਂ ਬਿਨਾਂ ਕਿਸੇ ਗਲਤੀ ਤੋਂ 2-2.5 ਸਾਲ ਵਿੱਚ। ਹਾਂਜੀ ਸਰ,
10 ਲੱਖ ਰੁਪਏ ਇੱਕ ਤਾਂ GIC ਫੀਸ ਹੁੰਦੀ ਹੈ, 6 ਲੱਖ ਉਹ ਭਰੀ ਸੀ, ਉਹ ਵਾਪਸ ਆ ਗਈ ਸਾਡੀ। ਪਰ 10 ਲੱਖ ਤੇ 9 ਤੋਂ 10 ਲੱਖ ਦੇ ਵਿੱਚ ਕੁਝ ਬੱਚੇ ਦੀ 9.5 ਲੱਖ, ਕਿਸੇ ਬੱਚੇ ਦੀ 10 ਲੱਖ, ਉਹ ਫੀਸਾਂ ਇਹਨਾਂ ਦੇ ਕਹਿਣ ਤੇ ਆਪਾਂ ਕਾਲਜ ਨੂੰ ਭਰੀਆਂ ਸੀ ਰਿਫੰਡ ਪਾਲਿਸੀ ਚੈੱਕ ਕਰਕੇ ਖੁਦ। ਪਰ ਫਿਰ ਜਦੋਂ ਉਧਰ ਬੈਂਕਰਪਟ ਹੋ ਗਿਆ ਤੇ ਉਧਰੋਂ ਆਪਾਂ ਪਹਿਲਾਂ ਲੋਅਰ ਨਾਲ ਪੂਰੀ ਫਾਈਟ ਕੀਤੀ, ਰਾਤ ਨੂੰ 3-3 ਵਜੇ ਤੱਕ ਹੀਅਰਿੰਗ ਅਟੈਂਡ ਕੀਤੀਆਂ। ਇਹਨਾਂ ਨੇ ਕੋਈ ਨੈਤਿਕ ਜ਼ਿੰਮੇਵਾਰੀ ਨਹੀਂ ਸਮਝੀ ਕਿ ਉਦੋਂ ਹੀ ਸਾਡੀ ਹੈਲਪ ਕਰ ਦੇਣ। ਫਿਰ ਜਦੋਂ ਉਧਰੋਂ ਵੀ ਸਾਨੂੰ ਕੁਝ ਨਹੀਂ ਮਿਲਿਆ, ਅਸੀਂ ਏਜੰਟਾਂ ਦੇ ਬਾਹਰ ਆਏ, ਸਾਨੂੰ 2-3 ਏਜੰਟਾਂ ਨੇ ਸੋਲੂਸ਼ਨ ਦਿੱਤਾ, ਕਈ ਬੱਚਿਆਂ ਦਾ ਸੋਲੂਸ਼ਨ ਮਿਲ ਗਿਆ। ਪਰ ਜਿਹੜੀਆਂ ਵੱਡੀਆਂ ਕੰਪਨੀਆਂ ਪੈਰਾਮਿਡ, IDP, ਇਹ ਕਿਤੇ ਸੋਲੂਸ਼ਨ ਨਹੀਂ ਦੇ ਰਹੀਆਂ ਸਾਨੂੰ, ਉਲਟਾ ਸਾਨੂੰ ਥ੍ਰੈਟ ਕਰ ਰਹੀਆਂ ਕਿ ਤੁਸੀਂ ਸਾਡੇ ਬਾਹਰ ਆਨੇ ਤਾਂ ਤੁਹਾਨੂੰ ਜੇਲ੍ਹ ਵੀ ਹੋ ਜਾਣਾ ਆ। ਤੇ ਅੱਜ ਵੀ ਮੈਨੂੰ ਇਹਨਾਂ ਨੇ ਜੇਲ੍ਹ ਦੀ ਹੀ ਧਮਕੀ ਦਿੱਤੀ ਕਿ ਜੇ ਤੁਸੀਂ ਸਟੂਡੈਂਟ ਆਰਗੇਨਾਈਜੇਸ਼ਨ ਵਾਲੇ ਇਹਨਾਂ ਬੱਚਿਆਂ ਦੀ ਹੈਲਪ ਲਈ ਆ ਰਹੇ ਆ, ਇਹਨਾਂ ਕੁੜੀਆਂ ਦੀ ਜਿਹੜੀ ਉਮਰ ਵਿੱਚ ਜਿਹੜੀ ਕੁੜੀਆਂ ਦੇ ਘਰਦਿਆਂ ਨੇ ਵਿਆਹ ਜਾਂ ਫਿਰ ਆਪਣਾ ਕੈਰੀਅਰ ਸੈੱਟ ਕਰਨਾ ਹੋਵੇ, ਸਾਰਾ ਪੈਸੇ ਨਾਲ ਹੀ ਹੋਣਾ ਹੁੰਦਾ। ਇੱਕ ਤਰ੍ਹਾਂ ਇਹ ਮਤਲਬ ਕਿ ਇਹਨਾਂ ਦੇ ਜੀਨੇ ਨਾ ਜਿਹਦੇ ਇੱਕ ਬਰਾਬਰ ਆ। ਇਹਨਾਂ ਨੂੰ ਪਤਾ ਵੀ ਕਿ ਬੱਚੇ 2.5 ਸਾਲ ਤੋਂ ਸਫ਼ਰ ਕਰ ਰਹੇ, ਬੱਚੇ ਇੰਨੀ ਗੰਦੀ ਕੰਡੀਸ਼ਨ ਵਿੱਚ ਆ। ਇਹਨਾਂ ਨੇ ਹਜੇ ਤੱਕ ਆਪਣੇ ਕਿਸੇ ਵੀ ਮੈਨੇਜਰ ਨਾਲ ਸਾਡੀ ਮੀਟਿੰਗ ਨਹੀਂ ਕਰਵਾਈ। ਇਹਨਾਂ ਨੇ ਉਹ ਮੀਟਿੰਗ ਕਰਾਉਣ ਲਈ ਮੈਂ ਲਾਸਟ ਵੀਕ ਆਇਆ, ਇਹਨਾਂ ਕੋਲ ਰਿਕੁਐਸਟ ਕੀਤੀ, ਇਹਨਾਂ ਨੇ ਮੈਨੂੰ ਲਿਖ ਕੇ ਇਹਨਾਂ ਦੇ ਮੈਨੇਜਰ ਦੇ ਸਾਈਨ ਆ ਮੈਡਮ ਦੇ, ਇਹਨਾਂ ਨੇ ਮੈਨੂੰ ਲਿਖ ਕੇ ਦਿੱਤਾ ਕਿ ਮੈਂ ਫਰਾਈਡੇ ਨੂੰ ਤੇਰੀ ਮੈਨੇਜਰਾਂ ਨਾਲ ਮੀਟਿੰਗ ਕਰਵਾਉਂਗੀ। ਫਰਾਈਡੇ ਆਂਦੇ ਇਹਨਾਂ ਨੇ ਆਪਸ ਵਿੱਚ ਡਿਸਕਸ਼ਨ ਕੀਤੀ। ਉਸ ਦੇ ਵਿੱਚ ਇੱਕ ਤਰੀਕ ਸੀਗੀ ਜਦੋਂ DC ਆਫਿਸ ਦੇ ਕੰਪਲੇਂਟ ਵਿੱਚ ਹੀਅਰਿੰਗ ਸੀਗੀ, ਉੱਥੇ ਇਹਨਾਂ ਨੇ ਆਪਣੇ ਬਹੁਤ ਮਹਿੰਗੇ ਲੋਅਰ ਹਾਇਰ ਕੀਤੇ। ਉਹ DC ਆਫਿਸ ਪਹੁੰਚ ਗਏ, ਉਹਨਾਂ ਨੂੰ ਦੇਖ ਕੇ ਬੱਚੇ ਦਾ ਹੌਸਲਾ ਟੁੱਟ ਗਿਆ ਕਿ ਆਪਾਂ ਫਾਈਲ ਤਾਂ ਏਜੰਟ ਤੋਂ ਲਾਈ, ਏਜੰਟ ਗੱਲ ਕਰਨ ਦੀ ਬਜਾਏ ਆਪਣੇ ਲੋਅਰ ਨੂੰ ਭੇਜ ਰਿਹਾ ਆ। ਤੇ ਅੱਜ ਅਸੀਂ ਜਦ ਦੁਬਾਰਾ ਆਏ ਕਿ ਆਪਣੇ ਮੈਨੇਜਰ ਨਾਲ ਮੀਟਿੰਗ ਕਰਾ ਦਿਓ, ਸਾਨੂੰ ਆਹ ਲੈਟਰ ਹੱਥ ਦੇ ਦਿੱਤਾ ਇਹਨਾਂ ਨੇ ਆਪਣੇ ਉਹਦੇ ਤੇ, ਆਪਣੇ ਲੈਟਰ ਹੈਡ ਤੇ ਟਾਈਪ ਕਰਾ ਕੇ, ਜਿਹਦੇ ਵਿੱਚ ਸਾਫ਼ ਲਿਖਿਆ ਆ ਕਿ ਜਿਹੜੇ ਅਸੀਂ DC ਦੇ ਅਕੋਰਡਿੰਗ ਚੱਲਾਂਗੇ ਹੁਣ। ਤੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਤਾਂ ਸਾਨੂੰ ਮੀਟਿੰਗ ਲਈ ਬੁਲਾਇਆ ਸੀ ਅੱਜ ਆਪਣੇ, ਹੁਣ ਤੁਸੀਂ ਇਹ ਗੱਲ ਕਹਿ ਰਹੇ ਕਿ ਜਿੱਦਾਂ DC ਆਫਿਸ ਕਹੂਗਾ, ਕਿਉਂਕਿ ਉੱਥੇ ਲੀਗਲ ਪ੍ਰੋਸੈਸ 'ਚ ਤੁਹਾਨੂੰ ਵੀ ਪਤਾ ਇੰਡੀਆ 'ਚ 2.5 ਸਾਲ ਪਹਿਲੇ ਹੀ ਹੋ ਗਏ। ਜੇ ਕੋਈ ਕੇਸ ਚੱਲਦਾ ਤਾਂ ਉਹਨੂੰ 2-3 ਸਾਲ ਆਰਾਮ ਨਾਲ ਹੋਰ ਲੱਗ ਜਾਣੇ ਆ। ਇਹ ਸਾਨੂੰ ਅੱਗੇ ਤਰੀਕ ਦੇਈ ਜਾ ਰਹੇ ਆ। ਹੁਣ ਇਸ ਲੈਟਰ ਦੇ ਉੱਤੇ ਵੀ ਕਿਸੇ ਦੇ ਸਿਗਨੇਚਰ ਨਹੀਂ ਨੇ। ਹਾਂਜੀ, ਇਹਨਾਂ ਨੇ ਸਿਗਨੇਚਰ ਕਰਨ ਤੋਂ ਮਨਾ ਹੀ ਕਰਤਾ। ਉਹ ਲੈਟਰ ਹੈਡ ਤੇ ਦੇ ਦਿੱਤਾ ਮੈਨੂੰ, ਅੰਦਰੋਂ ਟਾਈਪ ਕਰਕੇ ਸਿਗਨੇਚਰ ਕਰਨ ਤੋਂ ਮਨਾ ਕਰਤਾ ਮੈਡਮ ਨੇ। ਆ ਪਿਛਲੀ ਵਾਰ ਸਿਗਨੇਚਰ ਕਰਤੇ, ਹੁਣ ਮੈਨੂੰ ਇਹਨਾਂ ਦਾ ਲੈਟਰ ਹੈਡ ਆਫੀਸ਼ੀਅਲ ਇਹ ਅੰਦਰ ਜਾ ਕੇ ਤੁਸੀਂ ਕਨਫਰਮ ਕਰ ਸਕਦੇ ਹੋ। ਇਹਨਾਂ ਨੇ ਕਿਹਾ DC ਦੇ ਅਕੋਰਡਿੰਗ ਚੱਲਾਂਗੇ। ਮੈਂ ਇਹਨਾਂ ਨੂੰ ਇਹ ਕਹਿ ਰਿਹਾ ਫਾਈਲਾਂ ਤਾਂ ਆਪਾਂ ਤੁਹਾਡੇ ਤੋਂ ਲਗਾਈਆਂ, ਜੇ ਤੁਸੀਂ ਸਾਨੂੰ ਪਹਿਲੇ ਸੋਲੂਸ਼ਨ ਵੱਲ ਨੂੰ ਕਹਿੰਦੇ ਆਪਾਂ ਕੰਪਲੇਂਟ ਕਰਨੀ ਹੀ ਨਹੀਂ ਸੀ। ਹੁਣ ਵੀ ਆਪਾਂ ਕੰਪਲੇਂਟ ਵਾਪਸ ਲੈਣ ਨੂੰ ਤਿਆਰ ਆ ਜੇ ਹੈਲਪ ਕਰਨ, ਕਿਉਂਕਿ ਸਾਡੇ ਕੋਲ ਇੰਨਾ ਪੈਸਾ ਨਹੀਂ ਹੈ ਕਿ ਆਪਾਂ ਲੋਅਰ। ਟੋਟਲ ਕਿੰਨੇ ਬੱਚੇ ਨੇ? ਟੋਟਲ ਪੂਰੇ ਇਸ ਸਕੈਂਡਲ ਵਿੱਚ 503 ਬੱਚੇ ਨੇ ਸਰ। ਪਰ ਜਿਹੜੇ ਅਲੱਗ-ਅਲੱਗ ਸ਼ਹਿਰਾਂ ਹੁੰਦੇ ਨੇ, ਕੁਝ ਲੁਧਿਆਣੇ ਤੋਂ, ਕੁਝ ਨਵਾਂ ਸ਼ਹਿਰ ਤੋਂ, ਕੁਝ ਜਲੰਧਰ ਤੋਂ, ਅਲੱਗ-ਅਲੱਗ ਏਜੰਟ ਨੇ। ਕੁਝ ਏਜੰਟਾਂ ਨੇ ਸੋਲੂਸ਼ਨ ਕਰ ਵੀ ਦਿੱਤਾ, ਆਪਾਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਆਪਣੀ ਨੈਤਿਕ ਜ਼ਿੰਮੇਵਾਰੀ ਕੀਤੀ। ਪੈਸਾ ਪਹਿਲੀ ਗੱਲ ਸੋਲੂਸ਼ਨ ਨਹੀਂ ਆ, ਜਿਹੜਾ ਇਹ ਜੋ ਵੀ ਕੁਝ ਹੋਇਆ ਆ ਇਹ ਸਾਨੂੰ ਉਹਦੇ ਵਿੱਚ ਆਇਆ, ਪੈਸਾ ਇਸ ਚੀਜ਼ ਦਾ ਸੋਲੂਸ਼ਨ ਨਹੀਂ ਆ। ਦੇਖੋ ਹੁਣ ਪੁਲਿਸ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਦੇ ਉੱਤੇ ਪੁਲਿਸ ਵੀ ਇੱਥੇ ਆ ਚੁੱਕੀ ਆ, ਉਹ ਅੰਦਰ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰੇਗੀ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬੱਚਿਆਂ ਦਾ ਭਵਿੱਖ ਖਰਾਬ ਕੀਤਾ ਜਾ ਰਿਹਾ। ਰੋਂਗ ਐਕਸਪੈਕਟੇਸ਼ਨ ਸੈੱਟ ਕੀਤੀ। ਪਹਿਲਾਂ ਸਾਨੂੰ ਕਿਹਾ ਕਿ ਤੁਸੀਂ ਇੱਕ ਵੀ ਟ੍ਰਾਂਜੈਕਸ਼ਨ ਦਿਖਾ ਦਿਓ, ਅਸੀਂ ਤੁਹਾਨੂੰ ਪੈਸੇ ਦੇ ਦੇਵਾਂਗੇ। ਮੇਰੀ ਪੈਸੇ ਤੁਸੀਂ ਫੀਸਾਂ ਤਾਰੀਆਂ ਇਹ ਤੁਹਾਡੇ ਅਕਾਊਂਟਾਂ ਦੇ ਵਿੱਚੋਂ ਗਈਆਂ ਕਿ ਤੁਸੀਂ ਏਜੰਟ ਦੇ ਅਕਾਊਂਟ 'ਚ ਜਮ੍ਹਾਂ ਕਰਵਾਉਂਦੇ? ਸਰ ਸਾਨੂੰ ਏਜੰਟਾਂ ਨੇ ਅਕਾਊਂਟ ਨੰਬਰ ਦਿੱਤਾ ਸੀ ਕਿ ਆਹ ਅਕਾਊਂਟ 'ਚ ਪੈਸੇ ਪਵਾ ਦਿਓ, ਅਸੀਂ ਉਹ ਅਕਾਊਂਟ ਵਿੱਚ ਪਵਾ ਦਿੱਤੇ ਸੀ। ਇਹਨਾਂ ਦੀ ਅਫੀਸ਼ੀਅਲ ਮੇਲ ਤੋਂ ਸਾਨੂੰ ਈਮੇਲ ਆਈ ਸੀਗੀ, ਉਹਦਾ ਕੀਤਾ ਇਹਨਾਂ ਨੇ ਵਿੱਚ ਉਹਦੇ। ਉਹ ਜਿਹੜੇ ਅਕਾਊਂਟ ਦੇ ਵਿੱਚ ਤੁਸੀਂ ਪੈਸੇ ਜਮ੍ਹਾਂ ਕਰਾਏ ਉਹਨਾਂ ਦੀ ਕੰਪਨੀ ਦਾ ਅਕਾਊਂਟ ਸੀ? ਉਹ ਸ਼ਾਇਦ ਉਹਨਾਂ ਦੇ ਕਾਲਜ ਦਾ ਹੀ ਅਕਾਊਂਟ ਸੀ, ਜਿਨ੍ਹਾਂ ਨਾਲ ਇਹਦੇ ਬੈਕਐਂਡ ਤੇ ਸੈਟਲਮੈਂਟ ਹੁੰਦੀ ਆ ਕਿ ਬੱਚੇ ਦੀ ਫੀਸ ਆਉਣ ਤੋਂ ਬਾਅਦ ਜਿਹੜਾ ਆ ਵੀਜ਼ਾ ਆਉਣ ਤੋਂ ਬਾਅਦ ਇਹ 40% ਕਮਿਸ਼ਨ ਇਹਨਾਂ ਨੂੰ ਵਾਪਸ ਕਰ ਦਿੰਦੇ ਹੁੰਦੇ ਆ। ਇੱਕ ਚੀਜ਼ ਤੁਸੀਂ ਮੇਰੀ ਗੱਲ ਨਹੀਂ ਸਮਝੇ, ਇੱਕ ਚੀਜ਼ ਹੁੰਦੀ ਆ ਜਦੋਂ ਆਪਾਂ ਯੂਨੀਵਰਸਿਟੀ ਨੂੰ ਫੀਸ ਭੇਜਦੀ ਆ, ਉਹ ਸਟੂਡੈਂਟ ਦੇ ਅਕਾਊਂਟ ਦੇ ਵਿੱਚੋਂ ਹੀ ਜਾਂਦੀ ਹੈ। ਹਾਂਜੀ ਸਰ। ਉਹ ਤੁਹਾਡੇ ਅਕਾਊਂਟ 'ਚ ਗਈ ਸੀ ਕਿ ਤੁਸੀਂ ਕੰਪਨੀ ਦੇ ਅਕਾਊਂਟ? ਸਾਡੇ ਅਕਾਊਂਟ 'ਚੋਂ ਹੀ ਗਈ ਸੀਗੀ, ਉਹ ਸਾਡੇ ਅਕਾਊਂਟ 'ਚੋਂ ਹੀ ਗਈ ਸੀ ਤੇ ਡਾਇਰੈਕਟ ਕਾਲਜ ਦੇ ਅਕਾਊਂਟ 'ਚ ਗਈ ਸੀ। ਪਰ ਮੁੱਦਾ ਇਹ ਆ ਕਿ ਬੱਚੇ ਦਾ ਕੰਮ ਹੁੰਦਾ ਇੱਕ ਵਧੀਆ ਕੰਸਲਟੈਂਟ ਸਿਲੈਕਟ ਕਰਨਾ, ਜੋ ਅਸੀਂ ਕੀਤਾ ਸੀਗਾ। ਤੇ ਕੰਸਲਟੈਂਟ ਦਾ ਕੰਮ ਹੁੰਦਾ ਸੀ ਅੱਗੇ ਕਾਲਜ ਸਿਲੈਕਟ ਕਰਨਾ। ਤੇ ਹੁਣ ਸਾਨੂੰ ਇੱਥੇ ਜਦੋਂ ਆਪਾਂ ਬੱਚੇ ਦੀ ਹੈਲਪ ਲਈ ਵੀ ਆ ਰਹੇ, ਤੁਹਾਡੇ ਸਾਹਮਣੇ ਪੁਲਿਸ ਵਾਲੇ ਵੀ ਅੰਦਰ ਗਏ, ਇਹਨਾਂ ਨੇ ਸਾਨੂੰ ਪਹਿਲੇ ਹੀ ਥ੍ਰੈਟ ਕਰਤਾ ਸੀ ਕਿ ਜੇ ਤੁਸੀਂ ਬਾਹਰਲੇ ਬੱਚੇ ਇਹਨਾਂ ਦੀ ਹੈਲਪ ਲਈ ਆਨੇ ਇਹਨਾਂ ਬੱਚਿਆਂ ਦੀ, ਤਾਂ ਅਸੀਂ ਤੁਹਾਡੇ ਅਗੇਂਸਟ ਪੁਲਿਸ ਕਾਰਵਾਈ ਕਰਾਂਗੇ। ਤੁਹਾਡੇ ਸਾਹਮਣੇ ਹੀ ਆ ਹੁਣ ਉਹ। ਤੇ ਇੱਕ ਤਾਂ ਪਹਿਲੇ ਹੀ ਬਹੁਤ ਜ਼ਿਆਦਾ ਸਟਰੋਂਗ ਆ, ਸਾਡੇ ਪੈਸੇ ਵੀ ਇਹਨਾਂ ਨੇ ਦੱਬ ਲਏ, ਹੁਣ ਸਾਡੇ ਅਗੇਂਸਟ ਹੀ ਕਾਰਵਾਈ ਕਰ ਰਹੇ ਆ। ਤੇ ਉੱਥੇ ਵੀ ਉਹਦੇ ਦੇਣ ਦੀ ਬਜਾਏ ਤਾਂ ਸਾਨੂੰ ਦੂਸਰਾ ਕਰ ਰਹੇ ਆ। ਸੋ ਹੋਰ ਵੀ ਇੱਥੇ ਸਟੂਡੈਂਟ ਮੌਜੂਦ ਆ, ਇਹਨਾਂ ਨਾਲ ਗੱਲਬਾਤ ਕਰਦੇ ਆ। ਕੀ ਨਾਮ ਹੈ ਜੀ ਤੁਹਾਡਾ? ਰਮਨਦੀਪ ਕੌਰ। ਤੁਸੀਂ ਕਿੱਥੇ ਦੀ ਫਾਈਲ ਲਵਾਈ ਸੀ ਇਹਨਾਂ ਦੇ ਕੋਲ? ਮੈਂ ਕੈਨੇਡਾ M ਕਾਲਜ ਦੀ ਫਾਈਲ ਇਹਨਾਂ ਤੋਂ ਲਗਵਾਈ ਸੀ। ਉਦੋਂ ਉਸ ਟਾਈਮ ਇਹਨਾਂ ਨੇ ਕਿਹਾ ਸੀ ਕਿ ਉਸ ਕਾਲਜ ਦੀ ਰੀਫੰਡ ਪਾਲਿਸੀ ਆ ਕਿ ਜੇ ਬਾਈ ਚਾਂਸ ਰਿਫਿਊਜ਼ਲ ਆਉਂਦੀ ਆ ਤੇ 45 ਦਿਨਾਂ ਵਿੱਚ ਤੁਹਾਡੇ ਪੈਸੇ ਵਾਪਸ ਆਉਣਗੇ। ਉਸ ਤੋਂ ਬਾਅਦ ਰਿਫਿਊਜ਼ਲ ਆ ਗਈ ਤਾਂ ਹੁਣ ਇਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਆ। ਤੇ ਇਹ ਸਿਰਫ ਪਹਿਲਾਂ ਇਹਨਾਂ ਨੇ ਬੁਲਾਇਆ ਵੀ ਅਸੀਂ ਤੁਹਾਨੂੰ 24 ਘੰਟਿਆਂ 'ਚ ਸੋਲੂਸ਼ਨ ਦੇਵਾਂਗੇ। ਉਸ ਤੋਂ ਬਾਅਦ ਇਹਨਾਂ ਨੇ ਅੱਜ ਦਾ ਦਿਨ ਦਿੱਤਾ ਸੀ ਵੀ ਤੁਹਾਨੂੰ ਕੋਈ ਨਾ ਕੋਈ ਸੋਲੂਸ਼ਨ ਅਸੀਂ ਕਰਕੇ ਦੇਵਾਂਗੇ, ਪਰ ਕੋਈ ਇਹਨਾਂ ਵੱਲੋਂ ਕੁਝ ਨਹੀਂ ਕੀਤਾ ਗਿਆ। ਤਾਂ ਜਦੋਂ ਅਸੀਂ ਅੰਦਰ ਬੈਠੇ ਹਾਂ ਤਾਂ ਕਹਿੰਦੇ ਆ ਕਿ
ਤੁਸੀਂ ਸਾਡਾ ਬਿਜ਼ਨਸ ਖਰਾਬ ਕਰਦੇ ਪਏ ਆ, ਅਸੀਂ ਪੁਲਿਸ ਨੂੰ ਵਿੱਚ ਇਨਵੋਲਵ ਕਰਾਂਗੇ, ਤੁਸੀਂ ਇੱਧਰ ਨਾ ਕਰੋ ਤੇ ਸਾਡਾ ਬਿਜ਼ਨਸ ਨਾ ਖਰਾਬ ਕਰੋ। ਸਰ ਰਿਫਿਊਜ਼ਲ ਦਾ ਕਾਰਨ ਇਹ ਸੀ ਵੀ ਕਾਲਜ ਜਿਹੜਾ ਸੀਗਾ ਉਹ ਸ਼ਾਇਦ ਮਾਲ ਪ੍ਰੈਕਟਿਸਿਸ ਕਰਦਾ ਪਿਆ ਸੀ, ਉਹਨੇ ਬੈਂਕਰਪਸੀ ਡਿਕਲੇਅਰ ਕਰ ਦਿੱਤੀ, ਉਹਦੇ ਵਿੱਚ ਕਾਲਜ ਦੀ ਫਾਲਟ ਸੀ, ਉਹ ਕਾਲਜ ਹੀ ਬੰਦ ਹੋ ਗਿਆ ਸੀ। ਹਾਂਜੀ, ਇਸ ਕਾਰਨ ਕਰਕੇ ਮੈਜੋਰਿਟੀ ਰਿਫਿਊਜ਼ਲ ਸੀਗੇ ਜਿੰਨੇ ਵੀ ਨਿਆਣਿਆਂ ਲਈ। ਤੁਹਾਡੀ ਤਾਂ ਨਹੀਂ ਕੋਈ ਗਲਤੀ ਕਰੀ ਸਰ ਏਜੰਟ ਦੀ ਗਲਤੀ ਹੈ ਜਿਹਨੇ ਕਾਲਜ ਗਲਤੀ ਉਹੀ ਤਾਂ ਗੱਲ ਆ, ਉਹੀ ਅਸੀਂ ਕਹਿੰਦੇ ਪਏ ਆ ਕਿ ਸਾਨੂੰ ਸਾਡੇ ਪੈਸੇ ਹੀ ਵਾਪਸ ਕਰੋ। ਅਸੀਂ ਇਹਨਾਂ ਤੋਂ ਕੁਝ ਨਹੀਂ ਮੰਗਦੇ ਪਏ, ਅਸੀਂ ਆਪਣੇ ਪੈਸੇ ਮੰਗਦੇ ਪਏ ਵੀ ਸਾਨੂੰ ਸਾਡੇ ਵਾਪਸ ਕਰੋ, ਤੇ ਉਹਦੇ ਬਾਅਦ 'ਚ ਵੀ ਉਹ ਸਾਨੂੰ ਕੁਝ ਨਹੀਂ ਪੋਜ਼ਿਟਿਵ ਰਿਸਪੌਂਸ ਦਿੰਦੇ ਪਏ। 9 ਤੋਂ 10 ਲੱਖ ਦੇ ਵਿੱਚ ਲੱਗਾ ਹੋਇਆ, ਕਿੰਨੇ ਕੁ ਵਾਪਸ ਆਏ? ਕੁਝ ਨਹੀਂ ਆਇਆ, ਸਭ ਕੁਝ ਨਥਿੰਗ। ਤੁਹਾਡਾ ਵੀ ਸੇਮ ਹਾਂਜੀ ਹਾਂਜੀ, ਮੇਰਾ ਵੀ ਸੇਮ ਹੀ ਕੇਸ ਹੈ। ਤੇ ਅਸੀਂ ਪੈਸੇ ਵੇਟ ਕਰਨ ਦੇ ਆ ਕਾਫੀ ਟਾਈਮ ਹੋ ਗਿਆ। ਇਹਨਾਂ ਨੇ ਪਹਿਲਾਂ ਸਾਨੂੰ ਕਿਹਾ ਸੀ ਕਿ ਤੁਸੀਂ ਜੇ ਤੁਹਾਨੂੰ ਕਾਲਜ ਥੋੜੇ ਦਿਨਾਂ ਤੱਕ ਰੀਫੰਡ ਨਹੀਂ ਦਿੰਦਾ, 45 ਡੇਜ਼ ਦਾ ਟਾਈਮ ਪੀਰੀਅਡ ਸੀਗਾ, ਤੇ ਹੁਣ ਤਾਂ ਮੇਰੇ ਖਿਆਲ 6 ਮਹੀਨੇ ਹੀ ਹੋ ਗਏ ਰੀਫੰਡ ਅਪਲਾਈ ਕੀਤੇ ਨੂੰ। ਤੇ ਇਹਨਾਂ ਨੇ ਸਾਨੂੰ ਕਿਹਾ ਸੀ ਜੇ 45 ਡੇਜ਼ ਦੇ ਅੰਡਰ ਪੈਸੇ ਤੁਹਾਡੇ ਨਹੀਂ ਆਉਂਦੇ ਤਾਂ ਅਸੀਂ ਤੁਹਾਨੂੰ ਆਪਣੇ ਅਕਾਊਂਟਾਂ 'ਚੋਂ ਪੈਸੇ ਪਾ ਕੇ ਦੇਵਾਂਗੇ। ਇਹਨਾਂ ਦੇ ਸੁਨੀਲ ਜਿਹੜਾ ਇਹਨਾਂ ਦਾ ਮੈਨੇਜਰ ਆ, ਸਾਡੇ ਕੋਲ ਇਸ ਚੀਜ਼ ਦੀ ਸਬੂਤ ਹੈਗਾ, ਰਿਕਾਰਡਿੰਗ ਹੈਗੀ ਆ, ਪਰ ਅੱਜ ਇਹ ਮੁੱਕਰ ਰਿਹਾ। ਅੱਜ ਕਹਿ ਰਿਹਾ ਕਿ ਤੁਸੀਂ ਇੱਥੋਂ ਨਿਕਲ ਜਾਓ, ਨਹੀਂ ਤਾਂ ਅਸੀਂ ਪੁਲਿਸ ਬੁਲਾਵਾਂਗੇ। ਤੁਸੀਂ ਦੇਖ ਹੀ ਰਹੇ ਹੋ ਕਿ ਪੁਲਿਸ ਤਾਂ ਆ ਵੀ ਚੁੱਕੀ ਹੈ ਆਲਰੇਡੀ, ਪਤਾ ਨਹੀਂ ਹੁਣ ਕੀ ਹੁੰਦਾ ਕੀ ਨਹੀਂ। ਜਿਵੇਂ ਸਟੂਡੈਂਟਸ ਨੂੰ ਹੁੰਦਾ ਹੈ ਆਪਣੇ ਭਵਿੱਖ ਨੂੰ ਦੇਖਦੇ ਹੋਏ ਵਧੀਆ ਕਾਲਜਸ ਨੂੰ ਰਿਪਰੈਜ਼ੈਂਟ ਕਰਦੇ ਨੇ ਕਿ ਸਾਡੀ ਐਡਮਿਸ਼ਨ ਇਸ ਕਾਲਜ ਦੇ ਵਿੱਚ ਹੋ ਜੇ। ਜੇ ਏਜੰਟ ਹੀ ਉਹਨਾਂ ਦੀ ਗਲਤ ਕਾਲਜ ਦੇ ਵਿੱਚ ਐਡਮਿਸ਼ਨ ਕਰਵਾ ਦੇਣ, ਜਿਹੜੇ ਬਲੈਕ ਲਿਸਟ ਹੁੰਦੇ ਨੇ, ਕਿਉਂਕਿ ਕਰੋਨਾ ਦੇ ਚੱਲਦੇ ਹੋਏ ਕਾਫੀ ਕੈਨੇਡਾ ਦੇ ਵਿੱਚ ਸਕੂਲ ਬਲੈਕ ਲਿਸਟ ਕਰ ਦਿੱਤੇ ਗਏ ਨੇ। ਉਹ ਚੀਜ਼ ਦਾ ਕਰਕੇ ਪੰਜਾਬ ਦੇ ਕਾਫੀ ਨੌਜਵਾਨਾਂ ਨੂੰ ਇਸ ਚੀਜ਼ ਦਾ ਖਾਮਿਆਜਾ ਭੁਗਤਣਾ ਪੈ ਰਿਹਾ। ਕਈਆਂ ਦੇ ਪੈਸੇ ਡੁੱਬ ਰਹੇ ਨੇ, ਕਈਆਂ ਦੀਆਂ ਫਾਈਲਾਂ ਰਿਫਿਊਜ਼ ਹੋ ਰਹੀਆਂ ਨੇ ਕਿ ਦੁਬਾਰਾ ਜਾਣ ਦੇ ਵਿੱਚ ਵੀ ਦਿੱਕਤ ਆਏਗੀ। ਗੱਲ ਇਹ ਆ ਵੀ ਅਸੀਂ ਆਪਣੇ 2 ਤੋਂ 3 ਸਾਲ ਖਰਾਬ ਕਰ ਚੁੱਕੇ ਆ ਤੇ ਸਾਡੇ ਪੈਸੇ ਵੀ ਅੜੇ ਹੋਏ ਆ। ਹੁਣ ਇਹਦੇ ਵਿੱਚ ਸਾਡੀ ਫਾਲਟ ਨਹੀਂ ਸੀ, ਅਸੀਂ ਇਹਨਾਂ ਤੇ ਟਰਸਟ ਕੀਤਾ, ਇਹਨਾਂ ਦਾ ਨਾਮ ਆ, ਤਾਂ ਹੁਣ ਇਹਨਾਂ ਦੀ ਗਲਤੀ ਆ ਤੇ ਇਹ ਆਪਣੀ ਗਲਤੀ ਨੂੰ ਐਕਸੈਪਟ ਕਰਕੇ ਸਾਨੂੰ ਸੋਲੂਸ਼ਨ ਦੇਣ, ਕਿਉਂਕਿ ਕਾਫੀ ਏਜੰਟ ਇਦਾਂ ਦੇ ਆ ਜਿਨ੍ਹਾਂ ਨੇ ਖੁਦ ਆਪਣੇ ਵੱਲੋਂ ਰੀਫੰਡ ਦਿੱਤਾ, ਕਿਉਂਕਿ ਉਹਨਾਂ ਨੇ ਆਪਣੀ ਗਲਤੀ ਮੰਨੀ ਤਾਂ ਆਪਣੀ ਤੌਰ ਤੇ ਉਹਨਾਂ ਨੇ ਨਿਆਣਿਆਂ ਨੂੰ ਸੋਲੂਸ਼ਨ ਦਿੱਤਾ। ਅਸੀਂ ਉਹੀ ਡਿਮਾਂਡ ਕਰਦੇ ਆ ਵੀ ਇਹ ਸਾਨੂੰ ਦੇਣ। ਜੇ ਬਾਈ ਚਾਂਸ ਕਾਲਜ ਤੋਂ ਪੈਸੇ ਆਉਂਦੇ ਵੀ ਆ ਤਾਂ ਅਸੀਂ ਇਹਨਾਂ ਨੂੰ ਦੇਣ ਲਈ ਤਿਆਰ ਆ। ਫਿਲਹਾਲ ਤਾਂ 4 ਆ, ਉਹਦਾ ਟੋਟਲ ਇਹ ਕਹਿ ਰਿਹਾ ਕਿ 26-27 ਨਿਆਣੇ ਹੈਗੇ ਆ। ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਜਲੰਧਰ ਪੈਰਾਮਿਡ ਸਰਵਿਸਿਜ਼ ਦੇ ਬਾਹਰ ਸਟੂਡੈਂਟਸ ਆਣ ਕੇ ਬੈਠ ਚੁੱਕੇ ਨੇ। ਉਹਨਾਂ ਦਾ ਕਹਿਣਾ ਹੈ ਕਿ 2020 ਦੇ ਵਿੱਚ ਅਸੀਂ ਕੈਨੇਡਾ ਜਾਣ ਦੇ ਲਈ ਫਾਈਲ ਲਗਾਈ ਸੀਗੀ, ਜਿਹਦੇ ਵਿੱਚ ਕਿ ਬੱਚਿਆਂ ਦੇ ਕਈਆਂ ਦੇ ਵੀਜ਼ੇ ਰਿਫਿਊਜ਼ ਹੋਏ ਨੇ, ਪਰ ਬੱਚਿਆਂ ਨੇ ਆਪਣਾ ਸਹੀ ਏਜੰਟ ਚੂਜ਼ ਕੀਤਾ ਸੀਗਾ। ਇਹ ਏਜੰਟ ਨੇ ਠੱਗੀ ਕੀਤੀ ਹੈ ਕਿ ਉਹਨਾਂ ਨੂੰ ਗਲਤ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਕਰਾ ਦਿੱਤੀਆਂ। ਉਹਦੇ ਬਾਅਦ ਉਹੀ ਕਾਲਜ ਉਧਰ ਬਲੈਕ ਲਿਸਟ ਨਿਕਲੇ ਨੇ, ਜਿਹਨੂੰ ਲੈ ਕੇ ਕਿ ਬੱਚਿਆਂ ਦੇ 9 ਤੋਂ 10 ਲੱਖ ਰੁਪਏ ਜੋ ਕਿ ਫਸ ਚੁੱਕੇ ਨੇ। ਕਿਉਂ ਇਹ ਏਜੰਟਾਂ ਵੱਲੋਂ ਕਿਹਾ ਗਿਆ ਸੀਗਾ ਕਿ ਉਹਨਾਂ ਨੂੰ 3 ਤੋਂ 4 ਮਹੀਨੇ ਦੇ ਵਿੱਚ ਤੁਹਾਡੇ ਪੈਸੇ ਜੋ ਰਿਫੰਡ ਹੋ ਜਾਣਗੇ। ਰਿਫੰਡ ਨਾ ਮਿਲਣ ਕਰਕੇ ਸਟੂਡੈਂਟਸ ਸਾਰੇ ਇੱਥੇ ਆਣ ਕੇ ਬੈਠ ਚੁੱਕੇ ਨੇ। ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਕਿ ਮੀਟਿੰਗਾਂ ਦਾ ਵੀ ਕਿਹਾ ਜਾ ਰਿਹਾ ਕਿ ਤੁਹਾਡੀਆਂ ਮੀਟਿੰਗਾਂ ਕਰਵਾਈਆਂ ਜਾਣਗੀਆਂ। ਮੌਕੇ ਦੇ ਉੱਤੇ ਪੁਲਿਸ ਵੀ ਆ ਚੁੱਕੀ ਹੈ। ਸੋ ਦੇਖਦੇ ਹਾਂ ਅੰਦਰ ਕੀ ਕਾਰਵਾਈ ਹੁੰਦੀ ਹੈ, ਬੱਚਿਆਂ ਨੂੰ ਉਹਨਾਂ ਦਾ ਇਨਸਾਫ ਮਿਲਦਾ ਹੈ ਕਿ ਨਹੀਂ ਮਿਲਦਾ, ਇਹ ਤਾਂ ਬਾਅਦ ਦੇ ਵਿੱਚ ਹੀ ਪਤਾ ਲੱਗੇਗਾ। ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਸਟੂਡੈਂਟਸ ਦਾ ਇੱਕੋ ਹੀ ਚੀਜ਼ ਕਹਿਣੀ ਹੈ ਕਿ ਸਾਡਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ, ਪਰ ਸਾਨੂੰ ਜੋ ਹੈ ਰਿਫੰਡ ਜਿਹੜਾ ਆਉਣਾ ਸੀਗਾ ਸਾਡੇ ਅਕਾਊਂਟਾਂ ਦੇ ਵਿੱਚ ਇਹਨਾਂ ਨੇ ਕਿਹਾ ਸੀ 45 ਦਿਨਾਂ ਦਾ ਸਮਾਂ ਦਿੱਤਾ ਸੀਗਾ। 45 ਦਿਨਾਂ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਾ ਹੈ, 6-6 ਮਹੀਨੇ ਹੋ ਚੁੱਕੇ ਹੈ। ਨਾ ਹੀ ਇਹਨਾਂ ਦੇ ਪੈਸੇ ਵਾਪਸ ਆ ਰਹੇ ਹੈ ਤੇ ਨਾ ਹੀ ਇਹ ਕੈਨੇਡਾ ਦੁਬਾਰਾ ਹੱਲੇ ਜਾ ਸਕਦੇ ਨੇ, ਦੁਬਾਰਾ ਫਾਈਲ ਲਾਣਗੇ। ਸੋ ਅਜਿਹੇ ਠੱਗ ਏਜੰਟਾਂ ਦੇ ਕੋਲੋਂ ਬਚਣ ਦੇ ਲਈ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ। ਸੋ ਦੇਖਦੇ ਹਾਂ ਕਿ ਇਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਹੈ। ਜਲੰਧਰ ਤੋਂ ਕੈਮਰਾਮੈਨ ਸ਼ੁਭਮ ਗਿੱਲ ਦੇ ਨਾਲ ਰਵੀ ਗਿੱਲ ਦੀ ਰਿਪੋਰਟ। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਆਪੋਜ਼ਿਟ ਬੱਸ ਸਟੈਂਡ, ਫਗਵਾੜਾ।